ਡਾਇਬਟੀਜ਼ ਨੂੰ ਲੈ ਕੇ ਬਹੁਤ ਸਾਰੇ ਲੋਕ ਰੌਲਾ ਬਹੁਤ ਪਾਉਂਦੇ ਨੇ ਨਾ ਕਿ ਸਾਨੂੰ ਡਾਇਬਟੀਜ਼ ਹੋ ਗਈ ਹੈ, ਪਤਾ ਨਹੀਂ ਕਿੰਨੇ ਚਿਰ ਤੱਕ ਸਾਨੂੰ ਠੀਕ ਹੋਊਗੀ। ਉਹਨਾਂ ਲੋਕਾਂ ਨੂੰ ਕੀ ਸੁਨੇਹਾ ਤੁਹਾਡੇ ਵੱਲੋਂ ਕਿ ਕਿੰਨੀ ਜਲਦੀ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ? डायबिटीज़ है, चाहे वो टाइप 1 डायबिटीज़ है, 2 डायबिटीज़ है, ਉਹਦਾ ਇੱਕੋ ਹੀ ਹੈ ਕਿ ਉਸ ਚੀਜ਼ ਨੂੰ ਕੰਟਰੋਲ ਕਰਨਾ ਹੈ। ਦੇਖੋ, ਚਾਹੇ ਉਹ ਐਲੋਪੈਥਿਕ ਮੋਡ ਆਫ ਟ੍ਰੀਟਮੈਂਟ ਹੈ, ਚਾਹੇ ਆਯੁਰਵੈਦਿਕ ਮੋਡ ਆਫ ਟ੍ਰੀਟਮੈਂਟ ਹੈ, ਚਾਹੇ ਹੋਮਿਓਪੈਥਿਕ ਹੈ, ਤਿੰਨਾਂ ਦਾ ਬੇਸਿਕ ਪਰਪਸ ਇਹ ਹੈ ਕਿ ਪੇਸ਼ੈਂਟ ਦੀ ਜਨਰਲ ਹੈਲਥ ਠੀਕ ਹੋਵੇ ਅਤੇ ਡਾਇਬਟੀਜ਼ ਦੀ ਵਜ੍ਹਾ ਨਾਲ ਜਿਹੜੇ ਵੀ ਕੰਪਲੀਕੇਸ਼ਨਸ ਆ ਰਹੀਆਂ ਉਸ ਚੀਜ਼ ਨੂੰ ਆਪਾਂ ਕਵਰ ਕਰੀਏ। ਡਾਕਟਰ ਸਾਹਿਬ ਉੱਥੇ ਗੱਲ ਕੀਤੀ ਆਪਦੀ ਜਮਾਂਦਰੂ ਦੀ ਗੱਲ ਕੀਤੀ ਵੀ ਕਈਆਂ ਨੂੰ ਡਾਇਬਟੀਜ਼ ਜਿਹੜੀ ਹੁੰਦੀ ਹੈ ਨਾ ਬਚਪਨ ਤੋਂ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿ ਇਸ ਦਾ ਇਹ ਵੀ ਫੈਕਟ ਹੁੰਦਾ ਕਿ ਜਨਰੇਸ਼ਨ ਬਾਏ ਜਨਰੇਸ਼ਨ ਅੱਗੇ ਪਾਸ ਹੁੰਦੀ ਰਹੇ। ਬਟ 90% ਕੇਸਿਸ ਵਿੱਚ ਇਹ ਜੈਨੇਟਿਕਸ ਦਾ ਮਤਲਬ ਹੈ ਕਿ ਜੇ ਪੇਰੈਂਟਸ ਨੂੰ ਡਾਇਬਟੀਜ਼ ਹੈ ਅਤੇ ਸਪੈਸ਼ਲੀ ਜੇ ਪ੍ਰੈਗਨੈਂਸੀ ਦੇ ਡਿਊਰਿੰਗ ਜੇ ਮਦਰ ਨੂੰ ਡਾਇਬਟੀਜ਼ ਹੈ ਤਾਂ ਉਹਦਾ ਵੀ ਬਹੁਤ ਬੱਚਿਆਂ 'ਚ ਫੈਕਟਰ ਦੇਖਣ ਨੂੰ ਮਿਲਦਾ ਹੈ। ਕਿ ਮੈਡੀਸਿਨਸ ਚਾਹੇ ਹੋਮਿਓਪੈਥਿਕ ਹੈ ਚਾਹੇ ਐਲੋਪੈਥਿਕ ਹੈ, ਨੋ ਡਾਊਟ ਬਲੱਡ ਸ਼ੂਗਰ ਨੂੰ ਤਾਂ ਡਾਊਨ ਕਰਦੀ ਹੈ, ਬਟ ਇਹ ਕਲੈਕਟਿਵਲੀ ਅਗਰ ਪੇਸ਼ੈਂਟ ਨਾਲ ਸੈਰ ਕਰ ਰਿਹਾ, ਨਾਲ ਐਕਸਰਸਾਈਜ਼ ਕਰ ਰਿਹਾ ਅਤੇ ਡਾਈਟ ਦਾ ਧਿਆਨ ਰੱਖ ਰਿਹਾ, ਦੈਨ ਓਨਲੀ ਉਹਨੂੰ ਰਿਜ਼ਲਟਸ ਮਿਲਣਗੇ। ਕਿ ਹੋਮਿਓਪੈਥੀ ਵੱਲ ਲੋਕਾਂ ਦਾ ਇੰਟਰਸਟ ਕਿਉਂ ਬਣਨਾ ਸ਼ੁਰੂ ਹੋ ਚੁੱਕਿਆ? ਸਿਮਿਲਰਲੀ ਸਾਡੇ ਕੋਲ ਬਹੁਤ ਸਾਰੀਆਂ ਨੈਚੁਰਲ ਮੈਡੀਸਿਨਸ ਹੈ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਬਹੁਤ ਸੇਫਲੀ ਅਤੇ ਬੜੇ ਮੈਨੇਜਡ ਵੇ ਨਾਲ ਡਾਇਬਟੀਜ਼ ਨੂੰ ਕੰਟਰੋਲ ਕਰਦੀਆਂ। ਸਟੀਵੀਆ ਦੇ ਬਾਰੇ ਵੀ ਗੱਲਬਾਤ ਕੀਤੀ ਜਾਂਦੀ ਹੈ ਕਿ ਸਟੀਵੀਆ ਨੂੰ ਲੈ ਕੇ ਵੀ ਕੋਈ ਮੈਡੀਸਨ ਆਉਂਦੀ ਹੋਮਿਓਪੈਥੀ ਦੇ ਵਿੱਚ? ਸਟੀਵੀਆ ਲੋਕਾਂ ਨੇ ਆਲਟਰਨੇਟਿਵ ਲੈ ਕੇ ਚੱਲਦੇ ਆ ਕਿ ਸ਼ੂਗਰ ਜਿਵੇਂ ਚਾਹ ਬਣਾਉਣੀ ਹੈ, ਕਿਸੇ ਨੇ ਕੁਝ ਕਰਨਾ ਤਾਂ ਇੰਸਟੈਡ ਆਫ ਸ਼ੂਗਰ ਉਹ ਸਟੀਵੀਆ ਲੀਵਸ ਪਾ ਲੈਂਦੇ ਆ, ਉਹਦੇ ਨਾਲ ਵੀ ਨੈਚੁਰਲੀ ਉਹਨਾਂ ਦੀ ਸ਼ੂਗਰ ਕੰਟਰੋਲ ਆਉਂਦੀ ਹੈ। ਅਤੇ ਉਸੇ ਚੀਜ਼ ਤੋਂ ਇੱਕ ਹੋਮਿਓਪੈਥਿਕ ਮੈਡੀਸਿਨ ਬਣੀ ਹੈ ਜਿਮਨੇਸੀਅਸ ਸਿਲਵੈਸਟਰਾ ਕਰਕੇ, ਉਹ ਸ਼ੂਗਰ ਨੂੰ ਬਹੁਤ ਅੱਛਾ ਕੰਟਰੋਲ ਕਰਦੀ ਹੈ। ਐਸਿਡਿਟੀ ਨਾਲ ਨੋ ਡਾਊਟ, ਐਸਿਡਿਟੀ ਦਾ ਮੇਨ ਕਾਰਨ ਕੀ ਹੈ? ਇੰਡਾਈਜੈਸ਼ਨ। ਅਸੀਂ ਕੁਝ ਗਲਤ ਖਾਂਦੇ ਹਾਂ ਜਾਂ ਆਪਣੀ ਸੈਰ ਨਹੀਂ ਹੋ ਰਹੀ, ਉਸ ਵਜ੍ਹਾ ਨਾਲ ਐਸਿਡਿਟੀ ਬਣ ਰਹੀ ਹੈ। ਦੋ, ਸ਼ੂਗਰ ਦਾ ਡਾਇਰੈਕਟਲੀ ਕੋਈ ਐਸਿਡਿਟੀ ਨਾਲ ਰਿਲੇਸ਼ਨ ਨਹੀਂ ਹੈ, ਬਟ ਐਸਿਡਿਟੀ ਇੱਕ ਪੈਰਾਮੀਟਰ ਹੈ ਜਿਹੜਾ ਸਾਨੂੰ ਦੱਸਦਾ ਕਿ ਸਾਡੀ ਐਕਸਰਸਾਈਜ਼ ਘੱਟ ਹੈ, ਸਾਡੀ ਸਿਟਿੰਗ ਜ਼ਿਆਦਾ ਹੈ, ਸਾਡੀ ਸਿਡੈਂਟਰੀ ਲਾਈਫ ਸਟਾਈਲ ਹੈ, ਮਤਲਬ ਅਸੀਂ ਜਿੰਨਾ ਕੁ ਸਾਨੂੰ ਐਕਸਰਸਾਈਜ਼ ਰਿਕੁਆਇਰਡ ਹੈ ਅਸੀਂ ਐਕਸਰਸਾਈਜ਼ ਨਹੀਂ ਕਰ ਰਹੇ, ਉਸ ਵਜ੍ਹਾ ਨਾਲ ਸਾਡੀ ਸ਼ੂਗਰ ਵੱਧ ਰਹੀ ਹੈ। ਡਾਇਬਟੀਜ਼ ਇੱਕ ਬੜਾ ਇੱਕ ਸਲੋ ਪੋਇਜ਼ਨ ਹੈ, ਇਹ ਤੁਹਾਨੂੰ ਇੱਕੋ ਦਮ ਤਾਂ ਨਹੀਂ ਕੋਈ ਪ੍ਰੋਬਲਮ ਕ੍ਰੀਏਟ ਕਰੇਗਾ, ਬਟ ਇਹ ਤੁਹਾਡੀ ਆਈਜ਼ 'ਤੇ, ਤੁਹਾਡੀ ਕਿਡਨੀਜ਼ 'ਤੇ, ਤੁਹਾਡੇ ਲਿਵਰ 'ਤੇ ਅਤੇ ਮਲਟੀ ਆਰਗਨਸ ਮਤਲਬ ਬੋਡੀ ਦੇ ਜਿਹੜੇ ਜ਼ਰੂਰੀ ਅੰਗ ਹੈ ਉਹਨਾਂ 'ਤੇ ਸਲੋ ਕਰਕੇ ਉਹਨਾਂ ਨੂੰ ਡੈਮੇਜ ਕਰਨਾ ਸ਼ੁਰੂ ਕਰ ਦੇਗਾ। ਹੋਮਿਓਪੈਥਿਕ ਬਾਰੇ ਮੈਂ ਆਊਂਗਾ। ਹੋਮਿਓਪੈਥਿਕ 'ਤੇ ਸਭ ਤੋਂ ਪਲੱਸ ਪੁਆਇੰਟ ਮੈਂ ਅਗੇਨ ਉਹੀ ਕਹਿ ਰਿਹਾ ਕਿ ਇੱਕ ਨੰਬਰ 'ਤੇ ਤਾਂ ਕੋਈ ਸਾਈਡ ਇਫੈਕਟਸ ਨਹੀਂ ਹੈ, ਇਹ ਨੈਚੁਰਲੀ ਮੇਡ ਮੈਡੀਸਿਨਸ ਹੈ, ਚਾਹੇ ਉਹ ਪਲਾਂਟਸ ਤੋਂ ਬਣੀ ਹੈ, ਚਾਹੇ ਉਹ ਫਰੂਟਸ ਤੋਂ ਬਣੀ ਹੈ, ਚਾਹੇ ਉਹ ਕਿਸੇ ਵੀ ਚੀਜ਼ ਤੋਂ ਬਣੀ ਹੈ, ਕਿ ਉਹ ਬੋਡੀ ਦੀ ਅਡੈਪਟੇਬਿਲਿਟੀ 'ਤੇ ਬੇਸਡ ਹੈ, ਮਤਲਬ ਤੁਹਾਨੂੰ ਬੜੇ ਕੰਫਰਟੇਬਲੀ ਤੁਹਾਨੂੰ ਉਹ ਕਿਉਰ ਵੀ ਕਰੇਗੀ ਅਤੇ ਉਹਦੇ ਕੋਈ ਸਾਈਡ ਇਫੈਕਟਸ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼। ਡਾਇਬਟੀਜ਼ ਨੂੰ ਲੈ ਕੇ, ਸ਼ੂਗਰ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਸਵਾਲ ਹੁੰਦੇ ਨੇ, ਬਹੁਤ ਸਾਰੇ ਲੋਕ ਜਿਹੜੇ ਆ ਦੁਨੀਆ ਭਰ ਦੇ ਵਿੱਚ ਇਸ ਦਾ ਸ਼ਿਕਾਰ ਹੋਏ ਨੇ। ਉੱਥੇ ਗੱਲ ਕੀਤੀ ਜਾਵੇ ਐਲੋਪੈਥ ਦਵਾਈਆਂ ਦੀ ਤਾਂ ਬਹੁਤ ਸਾਰੇ ਲੋਕ ਉਸ ਨੂੰ ਯੂਜ਼ ਕਰਦੇ ਨੇ, ਆਯੁਰਵੈਦਿਕ ਵੱਲ ਵੀ ਜਿਹੜਾ ਲੋਕਾਂ ਦਾ ਧਿਆਨ ਹੈ, ਲੇਕਿਨ ਇਸ ਦੇ ਨਾਲ ਨਾਲ ਹੋਮਿਓਪੈਥੀ ਦਾ ਇਹਦੇ ਵਿੱਚ ਕੀ ਰੋਲ ਹੈ, ਇਸ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਕਿਉਂਕਿ ਹੋਮਿਓਪੈਥੀ ਦੇ ਬਾਰੇ ਅਸੀਂ ਪਿਛਲੇ ਕੁਝ ਮਹੀਨੇ ਪਹਿਲਾਂ ਗੱਲਬਾਤ ਕੀਤੀ ਸੀਗੀ, ਤਾਂ ਉਸ ਵੇਲੇ ਵੀ ਜਿਹੜਾ ਅਸੀਂ ਇਹੀ ਗੱਲ ਕੀਤੀ ਸੀ ਕਿ ਹੋਮਿਓਪੈਥੀ ਦਾ ਕੀ ਰੋਲ ਰਿਹਾ ਵਾ ਹਰੇਕ ਬਿਮਾਰੀ ਦੇ ਵਿੱਚ। ਸਾਡੇ ਇੰਡੀਆ ਦੇ ਵਿੱਚ ਜਿਹੜੇ ਹੈ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਹੋਮਿਓਪੈਥੀ ਵੱਲ ਬਹੁਤ ਧਿਆਨ ਦਿੰਦੇ ਨੇ, ਅਤੇ ਦਵਾਈਆਂ ਜਦੋਂ ਲੈਣੀਆਂ ਹੋਣ ਉਹਨਾਂ ਨੇ ਤਾਂ ਉਹਨਾਂ ਦਾ ਵਿਸ਼ਵਾਸ ਹੋਮਿਓਪੈਥੀ ਵੱਲ ਬਣਿਆ ਹੋਇਆ ਹੈ। ਤਾਂ ਡਾਇਬਟੀਜ਼ ਜਿਹੜੀ ਆ ਉਸ ਦੇ ਬਾਰੇ ਲੋਕਾਂ ਦੇ ਕੀ ਜਿਹੜੇ ਕਿੱਦਾਂ ਠੀਕ ਕੀਤਾ ਜਾ ਸਕਦਾ ਲੋਕਾਂ ਨੂੰ, ਔਰ ਕਿੰਨਾ ਟਾਈਮ ਲੱਗ ਸਕਦਾ, ਇਸ ਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਡਾਕਟਰ ਮਨੂ ਗੁਪਤਾ ਜੀ ਮੌਜੂਦ ਨੇ। ਗੁਪਤਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰ, ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਡਾਇਬਟੀਜ਼ ਨੂੰ ਲੈ ਕੇ ਬਹੁਤ ਸਾਰੇ ਲੋਕ ਰੌਲਾ ਬਹੁਤ ਪਾਉਂਦੇ ਨੇ ਨਾ ਕਿ ਸਾਨੂੰ ਡਾਇਬਟੀਜ਼ ਹੋ ਗਈ ਹੈ, ਪਤਾ ਨਹੀਂ ਕਿੰਨੇ ਚਿਰ ਤੱਕ ਸਾਨੂੰ ਠੀਕ ਹੋਊਗੀ, ਔਰ ਜਿਹੜੇ ਲੋਕ ਹੋਮਿਓਪੈਥੀ ਵੱਲ ਜ਼ਿਆਦਾ ਧਿਆਨ ਦਿੰਦੇ ਨੇ, ਜਿਨ੍ਹਾਂ ਦਾ ਇੱਧਰ ਨੂੰ ਧਿਆਨ ਜ਼ਿਆਦਾ ਹੈ ਵੀ ਹਾਂਜੀ ਹੋਮਿਓਪੈਥੀ ਖਾਣੀ, ਅਸੀਂ ਹੋਰ ਕੋਈ ਦਵਾਈ ਨਹੀਂ ਖਾਣੀ ਹੈਗੀ, ਤਾਂ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਤੁਹਾਡੇ ਵੱਲੋਂ ਕਿ ਕਿੰਨੀ ਜਲਦੀ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ? ਬਹੁਤ ਵਧੀਆ ਕੁਐਸਚਨ ਹੈ ਗੁਰਦੀਪ। ਪਹਿਲੇ ਮੈਂ ਕੁਛ ਡਾਇਬਟੀਜ਼ ਬਾਰੇ ਦੱਸਣਾ ਚਾਹੂੰਗਾ ਤੁਹਾਨੂੰ ਕਿ ਡਾਇਬਟੀਜ਼ ਜਿਹਨੂੰ ਆਪਾਂ ਨੋਰਮਲੀ ਸ਼ੂਗਰ ਦਾ ਰੋਗ ਕਹਿ ਦਿੰਦੇ ਹਾਂ, ਇਹ ਬੇਸਿਕਲੀ ਦੋ ਤਰ੍ਹਾਂ ਦੀ ਹੁੰਦੀ ਹੈ। ਜਿਹੜੀ ਫਸਟ ਟਾਈਪ ਹੈ ਡਾਇਬਟੀਜ਼, ਉਹ ਬਚਪਨ ਤੋਂ ਹੀ ਜਮਾਂਦਰੂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਵੈਰੀ ਫਸਟ ਡੇ ਜਦੋਂ ਬੱਚੇ ਦਾ ਬਰਥ ਹੁੰਦਾ ਉਸੇ ਟਾਈਮ ਤੋਂ ਉਹ ਮੌਜੂਦ ਹੁੰਦੀ ਹੈ। ਦੂਸਰੀ ਤਰ੍ਹਾਂ ਦੀ ਡਾਇਬਟੀਜ਼ ਹੈ ਜਿਹਨੂੰ ਅਸੀਂ ਟਾਈਪ 2 ਡਾਇਬਟੀਜ਼ ਕਹਿੰਦੇ ਹਾਂ, ਉਹ ਕੁਛ ਟਾਈਮ ਪੀਰੀਅਡ ਤੋਂ ਬਾਅਦ ਹੋ ਸਕਦਾ ਹੈ ਕਿ ਪੇਰੈਂਟਸ ਨੂੰ ਪ੍ਰੋਬਲਮ ਹੋਏ ਤਾਂ ਅੱਗੇ ਫਰਦਰ ਬੱਚਿਆਂ 'ਚ ਵੀ ਆ ਜਾਂਦੀ ਹੈ, ਇਹਨੂੰ ਆਪਾਂ ਟਾਈਪ 2 ਡਾਇਬਟੀਜ਼ ਕਹਿੰਦੇ ਹਾਂ। ਬੇਸਿਕਲੀ ਅਸੀਂ ਇੱਥੇ ਦੋ ਤਰ੍ਹਾਂ ਦੀ ਡਾਇਬਟੀਜ਼ ਦੀ ਗੱਲ ਕਰ ਰਹੇ ਹਾਂ, ਇੱਕ ਤਾਂ ਟਾਈਪ 1 ਡਾਇਬਟੀਜ਼ ਅਤੇ ਟਾਈਪ 2 ਡਾਇਬਟੀਜ਼। ਉਸ ਤੋਂ ਮੈਂ ਉਪਚਾਰ 'ਤੇ ਆਉਣਾ ਚਾਹੂੰਗਾ ਕਿ ਜਿਹੜੀ ਵੀ ਡਾਇਬਟੀਜ਼ ਹੈ, ਚਾਹੇ ਉਹ ਟਾਈਪ 1 ਡਾਇਬਟੀਜ਼ ਹੈ, 2 ਡਾਇਬਟੀਜ਼ ਹੈ, ਉਹਦਾ ਇੱਕੋ ਹੀ ਹੈ ਕਿ ਉਸ ਚੀਜ਼ ਨੂੰ ਕੰਟਰੋਲ ਕਰਨਾ ਹੈ। ਦੇਖੋ, ਚਾਹੇ ਉਹ ਐਲੋਪੈਥਿਕ ਮੋਡ ਆਫ ਟ੍ਰੀਟਮੈਂਟ ਹੈ, ਚਾਹੇ ਆਯੁਰਵੈਦਿਕ ਮੋਡ ਆਫ ਟ੍ਰੀਟਮੈਂਟ ਹੈ, ਚਾਹੇ ਹੋਮਿਓਪੈਥਿਕ ਹੈ, ਤਿੰਨਾਂ ਦਾ ਬੇਸਿਕ ਪਰਪਸ ਇਹ ਹੈ ਕਿ ਪੇਸ਼ੈਂਟ ਦੀ ਜਨਰਲ ਹੈਲਥ ਠੀਕ ਹੋਵੇ ਅਤੇ ਡਾਇਬਟੀਜ਼ ਦੀ ਵਜ੍ਹਾ ਨਾਲ ਜਿਹੜੇ ਵੀ ਕੰਪਲੀਕੇਸ਼ਨਸ ਆ ਰਹੀਆਂ ਉਸ ਚੀਜ਼ ਨੂੰ ਆਪਾਂ ਕਵਰ ਕਰੀਏ। ਹੋਮਿਓਪੈਥਿਕ ਦਾ ਡਾਇਬਟੀਜ਼ ਵਿੱਚ ਬਹੁਤ ਇੰਪੋਰਟੈਂਟ ਰੋਲ ਹੈ। ਸਭ ਤੋਂ ਪਹਿਲੇ ਤਾਂ ਸਾਡੇ ਕੋਲ ਬਹੁਤ ਹੀ ਸਪੈਸੀਫਿਕ ਮੈਡੀਸਿਨਸ ਹੈ ਜਿਹੜੀਆਂ ਡਾਇਬਟੀਜ਼ 'ਤੇ ਐਕਟ ਕਰਦੀਆਂ, ਬੋਡੀ 'ਚ ਜਿਹੜੇ ਵੀ ਸੈਲਸ ਸ਼ੂਗਰ ਬਣਾਉਣ ਵਾਲੇ ਜਿਹੜੇ ਹੈਲਪ ਕਰਦੇ ਆ, ਆਪਣੇ ਜਿਹੜੇ ਇਨਸੂਲਿਨ ਬਣਾਉਣ 'ਚ ਹੈਲਪ ਕਰਦੇ ਆ, ਉਸ ਚੀਜ਼ ਨੂੰ ਪ੍ਰਮੋਟ ਕਰਦੀਆਂ।
ਦੋ ਤਰ੍ਹਾਂ ਦੀ ਮੈਡੀਸਿਨਸ ਹੁੰਦੀਆਂ। ਐਲੋਪੈਥਿਕ ਮੋਡ ਆਫ ਸਿਸਟਮ ਨਾਲ ਅਸੀਂ ਬਲੱਡ ਸ਼ੂਗਰ ਲੈਵਲ ਨੂੰ ਡਾਊਨ ਕਰਦੇ ਹਾਂ, ਬਟ ਹੋਮਪੈਥਿਕ ਦੇ ਨਾਲ ਬਲੱਡ ਸ਼ੂਗਰ ਨੂੰ ਤਾਂ ਡਾਊਨ ਕਰਦੇ ਹੀ ਆ, ਬਟ ਐਟ ਦ ਸੇਮ ਟਾਈਮ ਜਿਹੜੇ ਸਾਡੇ ਸੈਲਸ ਵੀਕ ਹੋ ਗਏ ਆ, ਜਿਹੜੇ ਇਨਸੂਲਿਨ ਬਣਾਉਂਦੇ ਆ ਤੇ ਜਿਹਦੀ ਵਜ੍ਹਾ ਨਾਲ ਬਲੱਡ ਸ਼ੂਗਰ ਲੈਵਲ ਵੱਧਦਾ, ਉਸ ਚੀਜ਼ ਨੂੰ ਆਪਾਂ ਪ੍ਰਮੋਟ ਜਾਂ ਗਰੋ ਕਰਦੇ ਹਾਂ। ਅੱਛਾ ਜੀ, ਡਾਕਟਰ ਸਾਹਿਬ ਉੱਥੇ ਹੀ ਗੱਲ ਕੀਤੀ ਉਹਦੀ ਜਮਾਂਦਰੂ ਦੀ ਗੱਲ ਕੀਤੀ ਵੀ ਕਈਆਂ ਨੂੰ ਡਾਇਬਟੀਜ਼ ਜਿਹੜੀ ਹੁੰਦੀ ਹੈ ਨਾ ਬਚਪਨ ਤੋਂ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ। ਕੀ ਇਸ ਦਾ ਇਹ ਵੀ ਫੈਕਟ ਹੁੰਦਾ ਕਿ ਜਨਰੇਸ਼ਨ ਬਾਈ ਜਨਰੇਸ਼ਨ ਅੱਗੇ ਪਾਸ ਹੁੰਦੀ ਰਹੇ ਇਹ? ਗੁੱਡੀ ਬਿਲਕੁਲ, ਇਹ ਪੇਰੈਂਟਸ ਤੋਂ ਹੀ, ਜੈਨੇਟਿਕਸ ਦਾ ਮਤਲਬ ਇਹ ਹੈ ਕਿ ਸਾਡੇ ਜੀਨਸ ਵਿੱਚ ਹੀ ਮੌਜੂਦ ਸੀ, ਜਿਹੜੇ ਕਿ ਸਾਨੂੰ ਪੇਰੈਂਟਸ ਤੋਂ ਇਨਹੈਰੀਟਿਡ ਹੋਏ ਹੈ। ਕਈ ਵਾਰ ਕੁਛ ਹੀ ਕੇਸਿਸ ਵਿੱਚ ਕ੍ਰਿਸ ਕ੍ਰਾਸ ਇਨਹੈਰੀਟੈਂਸ ਹੁੰਦੀ ਹੈ, ਮਤਲਬ ਆਪਣੇ ਬੱਚਿਆਂ 'ਚ ਨਹੀਂ ਹੋਈ ਤਾਂ ਉਹਨਾਂ ਦੇ ਅੱਗੇ ਫਰਦਰ ਬੱਚਿਆਂ 'ਚ ਹੋਗੀ, ਬਟ 90% ਕੇਸਿਸ ਵਿੱਚ ਇਹ ਜੈਨੇਟਿਕਸ ਦਾ ਮਤਲਬ ਹੈ ਕਿ ਜੇ ਪੇਰੈਂਟਸ ਨੂੰ ਡਾਇਬਟੀਜ਼ ਹੈ ਤੇ ਸਪੈਸ਼ਲੀ ਜੇ ਪ੍ਰੈਗਨੈਂਸੀ ਦੇ ਡਿਊਰਿੰਗ ਜੇ ਮਦਰ ਨੂੰ ਡਾਇਬਟੀਜ਼ ਹੈ ਤਾਂ ਉਹਦਾ ਵੀ ਬਹੁਤ ਬੱਚਿਆਂ 'ਚ ਫੈਕਟਰ ਦੇਖਣ ਨੂੰ ਮਿਲਦਾ ਹੈ। ਉੱਥੇ ਫਿਰ ਇਸ ਨੂੰ ਦੇਖ ਰੇਖ ਕੀਤੀ ਜਾ ਸਕਦੀ, ਕਿਉਂਕਿ ਬਹੁਤ ਸਾਰੇ ਲੋਕਾਂ ਦਾ ਜਾਂ ਇਹ ਕਹਿਣਾ ਹੈ ਕਿ ਅਸੀਂ ਜਦੋਂ ਕੁਝ ਵੀ ਖਾਂਦੇ ਹਾਂ ਤਾਂ ਉਸ ਤੋਂ ਬਾਅਦ ਸਾਨੂੰ ਇੱਦਾਂ ਲੱਗਦਾ ਹੈ ਵੀ ਇੱਕਦਮ ਸਾਨੂੰ ਚੱਕਰ ਆ ਰਹੇ ਨੇ, ਤਾਂ ਇਸ ਦਾ ਦੇਖ ਰੇਖ ਕਿੱਦਾਂ ਕੀਤੀ ਜਾ ਸਕਦੀ ਹੈ? ਕਿਉਂਕਿ ਜੇ ਐਲੋਪੈਥ ਦੀ ਗੱਲ ਕਰਦੇ ਹਾਂ ਤਾਂ ਲੋਕ ਐਲੋਪੈਥ ਜਿਹੜੀਆਂ ਮੈਡੀਸਿਨਸ ਲੈਂਦੇ, ਇੰਜੈਕਸ਼ਨਸ ਵੀ ਕਈ ਜਣੇ ਲਗਾਉਂਦੇ ਨੇ ਉਸ ਨੂੰ ਲੈ ਕੇ। ਹੋਮਿਓਪੈਥੀ ਕਿੱਦਾਂ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੀ ਹੈ? ਗੁਰਦੀਪ, ਸਭ ਤੋਂ ਇੰਪੋਰਟੈਂਟ ਇਹ ਹੈ ਕਿ ਬਲੱਡ ਸ਼ੂਗਰ ਲੈਵਲ ਇਹ ਸਿਰਫ ਮੈਡੀਸਿਨ ਨਾਲ ਕੰਟਰੋਲ 'ਚ ਨਹੀਂ ਆਉਂਦੀਆਂ, ਇਹ ਆਪਣੇ ਲਾਈਫ ਸਟਾਈਲ ਨਾਲ ਕੰਟਰੋਲ 'ਚ ਆਉਂਦੀਆਂ। ਸਿਰਫ ਤੁਸੀਂ ਅਗਰ ਟੈਬਲੇਟ ਦਾ ਸੇਵਨ ਕਰ ਰਹੇ ਹੋ ਜਾਂ ਇਕੱਲਾ ਇਨਸੂਲਿਨ ਦਾ ਸੇਵਨ ਕਰ ਰਹੇ ਹੋ ਤਾਂ ਤੁਸੀਂ ਸੋਚਦੇ ਹੋ ਕਿ ਸਾਡੀ ਸ਼ੂਗਰ ਲੈਵਲਸ ਨਾਰਮਲ ਆ ਜਾਣ, ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈ। ਇਹ ਕੰਬਾਈਨ ਐਫਰਟਸ ਹੈ ਜਿਹੜਾ ਸਿਰਫ ਮੈਡੀਸਿਨ ਦੇ ਨਾਲ ਨਹੀਂ, ਤੁਹਾਡੀ ਰੈਗੂਲਰ ਐਕਸਰਸਾਈਜ਼, ਸਟ੍ਰੈਸ ਫਰੀ ਮਾਈਂਡ, ਤੁਸੀਂ ਕਿਸ ਤਰ੍ਹਾਂ ਦਾ ਖਾਂਦੇ ਹੋ, ਕਿਸ ਤਰ੍ਹਾਂ ਦਾ ਪਹਿਨਦੇ ਹੋ, ਹਰ ਚੀਜ਼ ਨੂੰ ਕੈਲਕੂਲੇਟਿਵ ਉਹ ਉਸ ਚੀਜ਼ ਨੂੰ ਰਿਜ਼ਲਟ ਮਿਲਦੀ ਹੈ। ਉਹੀ ਮੈਂ ਗੱਲ ਕਰ ਰਿਹਾ ਕਿ ਮੈਡੀਸਿਨਸ ਚਾਹੇ ਹੋਮਿਓਪੈਥਿਕ ਹੈ ਚਾਹੇ ਐਲੋਪੈਥਿਕ ਹੈ, ਨੋ ਡਾਊਟ ਬਲੱਡ ਸ਼ੂਗਰ ਨੂੰ ਤਾਂ ਡਾਊਨ ਕਰਦੀ ਹੈ, ਬਟ ਇਹ ਕਲੈਕਟਿਵਲੀ ਅਗਰ ਪੇਸ਼ੈਂਟ ਨਾਲ ਸੈਰ ਕਰ ਰਿਹਾ, ਨਾਲ ਐਕਸਰਸਾਈਜ਼ ਕਰ ਰਿਹਾ ਤੇ ਡਾਈਟ ਦਾ ਧਿਆਨ ਰੱਖ ਰਿਹਾ, ਦੈਨ ਓਨਲੀ ਉਹਨੂੰ ਰਿਜ਼ਲਟਸ ਮਿਲਣਗੇ। ਡਾਕਟਰ ਸਾਹਿਬ ਗੱਲ ਕੀਤੀ ਜਾਵੇ ਹੋਮਿਓਪੈਥੀ, ਤਾਂ ਕਈ ਲੋਕ ਕਹਿੰਦੇ ਨੇ ਵੀ ਹੋਮਿਓਪੈਥੀ ਜਿਹੜੀ ਬਹੁਤ ਪੁਰਾਣਾ ਚੱਲਦਾ ਆ ਰਿਹਾ, ਸਾਡੇ ਲੋਕ ਜਿਹੜੇ ਪੁਰਾਣੇ ਦੌਰ ਦੇ ਵਿੱਚ ਵੀ ਇਸ ਨੂੰ ਯੂਜ਼ ਕਰਦੇ ਰਹੇ ਨੇ, ਤਾਂ ਉਸ ਵੇਲੇ ਜਿਹੜੀ ਸ਼ੂਗਰ ਦੀ ਦਵਾਈ ਹੈ ਉਹ ਕਦੋਂ ਸਾਡੇ ਮਤਲਬ ਚੱਲਦੀ ਆ ਰਹੀ ਹੈ, ਅਤੇ ਤੁਹਾਨੂੰ ਕੀ ਲੱਗਦਾ ਕਿ ਹੋਮਿਓਪੈਥੀ ਵੱਲ ਲੋਕਾਂ ਦਾ ਇੰਟਰਸਟ ਕਿਉਂ ਵਧਣਾ ਸ਼ੁਰੂ ਹੋ ਚੁੱਕਿਆ? ਗੁਰਦੀਪ, ਜਿਵੇਂ ਹੁਣ ਕੋਵਿਡ ਦਾ ਕੇਸ ਚੱਲ ਰਿਹਾ, ਤੁਸੀਂ ਹੁਣ ਸੁਣਿਆ ਹੋਏਗਾ ਬਲੈਕ ਫੰਗਸ ਬਿਕੋਜ਼ ਆਫ ਮਿਸਯੂਜ਼ ਆਫ ਮੈਡੀਸਿਨ ਜਾਂ ਸਟੀਰੋਇਡ ਦੀ ਵਜ੍ਹਾ ਨਾਲ ਉਹਦਾ ਪ੍ਰਚਲਿਤ ਹੋਇਆ। ਸਿਮਿਲਰਲੀ ਡਾਇਬਟੀਜ਼ ਵਿੱਚ ਵੀ ਕੁਛ ਐਸੀਆਂ ਮੈਡੀਸਿਨਸ ਹੈ ਐਲੋਪੈਥਿਕ ਵਿੱਚ ਜਾਂ ਹੋਰ ਸਿਸਟਮ ਆਫ ਮੈਡੀਸਿਨਸ, ਨੋ ਡਾਊਟ ਦੇ ਆਰ ਵੈਰੀ ਹੈਲਪਫੁਲ, ਬਟ ਸੇਮ ਟਾਈਮ ਉਹਨਾਂ ਦੇ ਕੁਝ ਸਾਈਡ ਇਫੈਕਟਸ ਵੀ ਹੈ, ਜਿਵੇਂ ਕਿਡਨੀ ਦੇ ਸਾਈਡ ਇਫੈਕਟਸ ਹੈ, ਗੈਸਟਰਾਈਟਿਸ ਕਰ ਦਿੰਦੀ ਹੈ ਜਿਹੜੀ ਉਹਨਾਂ ਦੀ ਕੋਟਿੰਗ ਹੁੰਦੀ ਹੈ। ਇਹ ਬੜੇ ਸਾਰੇ ਸਾਈਡ ਇਫੈਕਟਸ ਦੇ ਨਾਲ ਵੀ ਪੇਸ਼ੈਂਟ ਜੂਝਦਾ ਹੈ। ਉਹ ਡਾਇਬਟੀਜ਼ ਦੇ ਨਾਲ ਤਾਂ ਜੂਝ ਰਿਹਾ ਹੁੰਦਾ, ਬਟ ਉਹ ਟੈਬਲੇਟਸ ਖਾਣ ਦੇ ਨਾਲ ਜਾਂ ਕੁਛ ਇਸ ਤਰ੍ਹਾਂ ਦੀ ਦਵਾਈਆਂ ਲੈਣ ਦੇ ਨਾਲ ਉਹਨੂੰ ਹੋਰ ਵੀ ਕੰਪਲੀਕੇਸ਼ਨਸ ਆ ਜਾਂਦੀਆਂ। ਇਸ ਚੀਜ਼ ਵਿੱਚ ਹੋਮਿਓਪੈਥਿਕ ਦਾ ਅਪਰ ਹੈਂਡ ਹੈ। ਸਾਡੇ ਕੋਲ ਕੁਛ ਮੈਡੀਸਿਨਸ ਹੈ ਵਿਚ ਆਰ ਵੈਰੀ ਨੈਚੁਰਲੀ ਮੇਡ, ਜਿਵੇਂ ਜਾਮੁਨ ਤੋਂ ਇੱਕ ਦਵਾਈ ਬਣੀ ਹੋਈ ਹੈ ਜਿਹਨੂੰ ਅਸੀਂ ਸਾਈਜ਼ੀਅਨ ਜੈਂਬੂਲਮ ਕਹਿੰਦੇ ਹਾਂ, ਕਿ ਜਿਹੜੀ ਅਸੀਂ ਰੂਟੀਨ 'ਚ ਵੀ ਯੂਜ਼ ਕਰਦੇ ਹਾਂ, ਬਟ ਉਹਨੂੰ ਹੋਮਿਓਪੈਥਿਕ ਦੇ ਅਕੋਰਡਿੰਗਲੀ ਬਣਾ ਕੇ ਬਹੁਤ ਅੱਛਾ ਉਹਦਾ ਫੈਕਟਰ ਹੈ ਕਿ ਉਹ ਡਾਇਬਟੀਜ਼ ਨੂੰ ਕੰਟਰੋਲ ਕਰਦੀ ਹੈ। ਸਿਮਿਲਰਲੀ ਸਾਡੇ ਕੋਲ ਬਹੁਤ ਸਾਰੀਆਂ ਨੈਚੁਰਲ ਮੈਡੀਸਿਨਸ ਹੈ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਬਹੁਤ ਸੇਫਲੀ ਅਤੇ ਬੜੇ ਮੈਨੇਜਡ ਵੇ ਨਾਲ ਡਾਇਬਟੀਜ਼ ਨੂੰ ਕੰਟਰੋਲ ਕਰਦੀਆਂ। ਇਹ ਕੰਟਰੋਲ ਕਿੱਦਾਂ ਕੀਤਾ ਜਾਂਦਾ ਆ? ਕਿਉਂਕਿ ਜਿਵੇਂ ਹੁਣ ਜਿਹੜੇ ਨੋਰਮਲ ਡਾਈਟ ਜਿਹਨੇ ਲੈਣੀ ਆ ਉਸ ਦੀ, ਤਾਂ ਉਹ ਡਾਈਟ ਵੀ ਕਹਿੰਦੇ ਆ ਚੇਂਜ ਹੋ ਜਾਂਦੀ ਕਾਫੀ ਲੋਕਾਂ ਦੀ ਨਾ, ਵੀ ਉਹ ਖਾਣਾ ਵੀ ਅਲੱਗ ਖਾਣਾ ਪੈ ਜਾਂਦਾ ਉਹਨਾਂ ਨੂੰ, ਆਟਾ ਵੀ ਕੋਈ ਹੋਰ ਯੂਜ਼ ਕਰਨਾ ਪੈਂਦਾ ਆ, ਤਾਂ ਕਿੱਦਾਂ ਕੰਟਰੋਲ ਕੀਤਾ ਜਾਂਦਾ ਉਸ ਨੂੰ ਲੈ ਕੇ? ਗੁੱਡੀ, ਹਾਂ, ਡਾਈਟ ਦੇ ਰਿਗਾਰਡਿੰਗ ਮੈਂ ਗੱਲ ਕਰੂੰਗਾ ਸਰ। ਆਪਣੀ ਹਰ ਇੱਕ ਚੀਜ਼ ਵਿੱਚ ਸ਼ੂਗਰ ਲੈਵਲਸ ਹੁੰਦਾ ਹੈ, ਚਾਹੇ ਉਹ ਆਲੂ ਦੀ ਗੱਲ ਕਰ ਲਓ, ਚਾਹੇ ਉਹ ਵੀਟ ਦੀ ਗੱਲ ਕਰ ਲਓ, ਬਟ ਇਸੇ ਚੀਜ਼ 'ਤੇ ਸਭ ਤੋਂ ਪਹਿਲੇ ਸਾਨੂੰ ਦੇਖਣਾ ਪੈਂਦਾ ਕਿ ਉਹਦੀ ਸ਼ੂਗਰ ਜਿਹੜੀ ਹੈ ਉਹ ਕਿੰਨੀ ਕੁ ਹੈ। ਅਗਰ ਤਾਂ ਬਹੁਤ ਜ਼ਿਆਦਾ ਹਾਇਰ ਸਾਈਡ 'ਤੇ ਹੈ, ਲਾਈਕ ਜਿਵੇਂ ਅਸੀਂ ਨੋਰਮਲ ਸ਼ੂਗਰ ਨੂੰ ਅਸੀਂ 150 ਤੱਕ ਜਿਹੜੇ ਕੁਝ ਖਾਣ ਤੋਂ ਬਾਅਦ ਅਤੇ ਫਾਸਟਿੰਗ 110 ਤੱਕ ਕਾਊਂਟ ਕਰਦੇ ਹਾਂ। ਅਗਰ ਪੇਸ਼ੈਂਟ ਦੀ ਸ਼ੂਗਰ ਲੈਵਲ 300 ਤੋਂ ਉੱਪਰ ਹੈ, 400 ਤੋਂ ਉੱਪਰ ਹੈ, ਫਿਰ ਤਾਂ ਅਸੀਂ ਇਹਨੂੰ ਸਟ੍ਰਿਕਟ ਡਾਈਟ ਕੰਟਰੋਲ 'ਤੇ ਪਾ ਦਿੰਦੇ ਹਾਂ ਕਿ ਤੁਸੀਂ ਆਟੇ ਵਾਲੀ ਰੋਟੀ ਦਾ ਸੇਵਨ ਨਾ ਕਰੋ, ਮਿਕਸ ਫਾਈਬਰ ਦੀ ਡਾਈਟ ਲਓ, ਆਲੂ ਆਪਣੀ ਡਾਈਟ 'ਚੋਂ ਬਿਲਕੁਲ ਨਿਕਾਲ ਦਿਓ। ਸ਼ੂਗਰ ਚਾਹੇ ਉਹ ਇਨ ਦਾ ਫਾਰਮ ਆਫ ਡਰਾਈ ਸ਼ੂਗਰ ਹੈ, ਚਾਹੇ ਉਹ ਗੁੜ ਸ਼ੱਕਰ ਹੈ, ਬੜਾ ਲੋਕਾਂ 'ਚ ਬਹੁਤ ਵੱਡੀ ਮਿਸਕਨਸੈਪਸ਼ਨ ਹੈ ਕਿ ਤੁਸੀਂ ਗੁੜ ਖਾ ਸਕਦੇ ਹੋ, ਸ਼ੂਗਰ ਵਾਲੇ ਪੇਸ਼ੈਂਟ ਨੂੰ ਤੁਸੀਂ ਸ਼ੱਕਰ ਲੈ ਸਕਦੇ ਹੋ, ਬਟ ਦਿਸ ਇਜ਼ ਟੋਟਲੀ ਰੋਂਗ। ਸੇਵਨ ਕਰ ਸਕਦੇ ਹੋ, ਨੋ ਡਾਊਟ, ਉਹ ਤੁਹਾਡੀ ਸ਼ੂਗਰ ਲੈਵਲਸ ਚੀਨੀ ਦੇ ਕੰਪੈਰੇਟਿਵਲੀ ਘੱਟ ਵਧਾਏਗੀ, ਬਟ ਤੁਹਾਨੂੰ ਇਹ ਡਾਈਟ ਬਹੁਤ ਜ਼ਰੂਰੀ ਫੋਲੋ ਕਰਨੀ ਪਏਗੀ। ਤੁਹਾਨੂੰ ਆਪਣੀ ਡਾਈਟ 'ਚੋਂ ਫੈਟ ਪਲੱਸ ਸ਼ੂਗਰ ਕੱਟ ਕਰਨਾ ਹੀ ਪਏਗਾ, ਤਾਂ ਹੀ ਤੁਹਾਡੀ ਮੈਡੀਸਿਨਸ ਅਤੇ ਤੁਹਾਡੀ ਬਲੱਡ ਸ਼ੂਗਰ ਲੈਵਲ ਨਾਰਮਲ ਆਉਣਗੇ। ਡਾਕਟਰ ਸਾਹਿਬ, ਇੱਕ ਸਟੀਵੀਆ ਦੇ ਬਾਰੇ ਵੀ ਗੱਲਬਾਤ ਕੀਤੀ ਜਾਂਦੀ ਹੈ ਕਿ ਸਟੀਵੀਆ ਨੂੰ ਲੈ ਕੇ ਵੀ ਕੋਈ ਮੈਡੀਸਨ ਹੁੰਦੀ ਹੈ ਹੋਮਿਓਪੈਥੀ ਦੇ ਵਿੱਚ? ਬਹੁਤ ਅੱਛੀ ਮੈਡੀਸਿਨ ਹੈ ਸਟੀਵੀਆ ਸਿਲਵੈਸਟਰਾ ਕਰਕੇ ਹੋਮਿਓਪੈਥਿਕਸ ਮੈਡੀਸਿਨ ਆਉਂਦੀ ਹੈ, ਉੱਤੇ ਰਿਸਰਚ ਵੀ ਚੱਲ ਰਹੀ ਹੈ ਅਤੇ ਉਹਦੇ ਬੜੇ ਪ੍ਰਮਾਣਿਤ ਰਿਜ਼ਲਟ ਮਿਲੇ ਹੈ। ਹੁਣ ਸਟੀਵੀਆ ਲੋਕਾਂ ਨੇ ਆਲਟਰਨੇਟਿਵ ਲੈ ਕੇ ਚੱਲਦੇ ਹੈ ਕਿ ਸ਼ੂਗਰ, ਜਿਵੇਂ ਚਾਹ ਬਣਾਉਣੀ ਹੈ ਕਿਸੇ ਨੇ ਕੁਝ ਕਰਨਾ, ਤਾਂ ਇੰਸਟੈਡ ਆਫ ਸ਼ੂਗਰ ਉਹ ਸਟੀਵੀਆ ਲੀਵਸ ਪਾ ਲੈਂਦੇ ਹੈ।
ਉਹਦੇ ਨਾਲ ਵੀ ਨੈਚੁਰਲੀ ਉਹਨਾਂ ਦੀ ਸ਼ੂਗਰ ਕੰਟਰੋਲ ਆਉਂਦੀ ਹੈ। ਤੇ ਉਸੇ ਚੀਜ਼ ਤੋਂ ਇੱਕ ਹੋਮਪੈਥਿਕ ਮੈਡੀਸਿਨ ਬਣੀ ਹੈ ਜਿਮਨੇਸੀਅਸ ਸਿਲਵੈਸਟਰਾ ਕਰਕੇ, ਉਹ ਸ਼ੂਗਰ ਨੂੰ ਬਹੁਤ ਅੱਛਾ ਕੰਟਰੋਲ ਕਰਦੀ ਹੈ। ਅਸੀਂ ਉੱਥੇ ਹੀ ਗੱਲ ਕੀਤੀ ਜਾਵੇ, ਕਈ ਡਾਕਟਰਸ ਅਜਿਹੇ ਨੇ ਜੋ ਕਹਿੰਦੇ ਨੇ ਕਿ ਇਹ ਤੇਜ਼ਾਬ ਹੀ ਇੱਕ ਤਰ੍ਹਾਂ ਦਾ ਸਾਡੇ ਰਗਾਂ ਦੇ ਵਿੱਚ ਜਿਹੜਾ ਫੈਲਦਾ ਆ, ਉਸ ਦੇ ਨਾਲ ਵੀ ਕਹਿੰਦੇ ਵੀ ਮਤਲਬ ਡਾਇਬਟੀਜ਼ ਇੱਕ ਤਰ੍ਹਾਂ ਦੀ ਉਹ ਰਗਾਂ ਦੇ ਵਿੱਚ ਹੀ ਫੈਲਿਆ ਹੋਇਆ ਵਾ। ਕਹਿੰਦੇ ਵੀ ਉਸ ਨੂੰ ਠੀਕ ਕੀਤਾ ਕਿਵੇਂ ਕੀਤਾ ਜਾ ਸਕਦਾ, ਵੀ ਤੁਸੀਂ ਆਪਣੇ ਜਿਹੜੇ ਆ ਅਜਿਹੀਆਂ ਚੀਜ਼ਾਂ ਖਾਣੀਆਂ ਬੰਦ ਕਰ ਦੇਵੋ ਜਿਹਦੇ ਨਾਲ ਤੁਹਾਡੇ ਤੇਜ਼ਾਬ ਬਣਦਾ ਆ, ਵੀ ਕੀ ਇਹ ਸੱਚ ਹੈ? ਗੁਰਦੀਪ, ਐਸਿਡਿਟੀ ਨਾਲ ਨੋ ਡਾਊਟ, ਐਸਿਡਿਟੀ ਦਾ ਮੇਨ ਕਾਰਨ ਕੀ ਹੈ? ਇੰਡਾਈਜੈਸ਼ਨ। ਅਸੀਂ ਕੁਝ ਗਲਤ ਖਾਂਦੇ ਹਾਂ ਜਾਂ ਆਪਣੀ ਸੈਰ ਨਹੀਂ ਹੋ ਰਹੀ, ਉਸ ਵਜ੍ਹਾ ਨਾਲ ਐਸਿਡਿਟੀ ਬਣ ਰਹੀ ਹੈ। ਦੋ, ਸ਼ੂਗਰ ਦਾ ਡਾਇਰੈਕਟਲੀ ਕੋਈ ਐਸਿਡਿਟੀ ਨਾਲ ਰਿਲੇਸ਼ਨ ਨਹੀਂ ਹੈ, ਬਟ ਐਸਿਡਿਟੀ ਇੱਕ ਪੈਰਾਮੀਟਰ ਹੈ ਜਿਹੜਾ ਸਾਨੂੰ ਦੱਸਦਾ ਕਿ ਸਾਡੀ ਐਕਸਰਸਾਈਜ਼ ਘੱਟ ਹੈ, ਸਾਡੀ ਸਿਟਿੰਗ ਜ਼ਿਆਦਾ ਹੈ, ਸਾਡੇ ਸਿਡੈਂਟਰੀ ਲਾਈਫ ਸਟਾਈਲ ਹੈ, ਮਤਲਬ ਅਸੀਂ ਜਿੰਨਾ ਕੁ ਸਾਨੂੰ ਐਕਸਰਸਾਈਜ਼ ਰਿਕੁਆਇਰਡ ਹੈ ਅਸੀਂ ਉਹ ਐਕਸਰਸਾਈਜ਼ ਨਹੀਂ ਕਰ ਰਹੇ, ਉਸ ਵਜ੍ਹਾ ਨਾਲ ਸਾਡੀ ਸ਼ੂਗਰ ਵੱਧ ਰਹੀ ਹੈ। ਗੈਸਟ੍ਰਿਕ ਤੇ ਸ਼ੂਗਰ ਦੋਨੋਂ ਅਲੱਗ-ਅਲੱਗ ਚੀਜ਼ਾਂ ਹੈ। ਹੋ ਸਕਦਾ ਆਯੁਰਵੈਦਿਕ ਸਿਸਟਮ ਜਿਸ ਚੀਜ਼ ਨੂੰ ਕਾਊਂਟ ਕਰਦਾ ਹੈ ਕਿ ਡਾਇਬਟੀਜ਼ ਤੇ ਗੈਸਟ੍ਰਿਕ ਇੱਕੋ ਚੀਜ਼ ਹੈ, ਬਟ ਜਨਰਲ ਮਾਡਰਨ ਮੈਡੀਸਿਨ ਕਹਿੰਦੀ ਹੈ ਕਿ ਤੁਹਾਡੀ ਲੈਕ ਆਫ ਐਕਸਰਸਾਈਜ਼ ਨਾਲ ਤੁਹਾਨੂੰ ਗੈਸਟ੍ਰਿਕ ਪ੍ਰੋਬਲਮ ਆ ਰਹੀ ਹੈ, ਤੇ ਸਿਮਿਲਰਲੀ ਲੈਕ ਆਫ ਐਕਸਰਸਾਈਜ਼ ਨਾਲ ਹੀ ਤੁਹਾਨੂੰ ਸ਼ੂਗਰ ਤੁਹਾਡੀ ਜੰਪ ਕਰ ਰਹੀ ਹੈ, ਹਾਈ ਜਾ ਰਹੀ ਹੈ। ਤੁਸੀਂ ਦੋਨਾਂ ਨੂੰ ਬੈਲੈਂਸਡ ਵੀ ਨਾਲ ਚੱਲੋ, ਐਕਸਰਸਾਈਜ਼ ਵੀ ਕਰੋ ਤੇ ਮਿੱਠੇ ਦਾ ਸੇਵਨ ਵੀ ਨਾ ਕਰੋ, ਤੁਹਾਡੀ ਸ਼ੂਗਰ ਆਪਣੇ ਆਪ ਨਾਰਮਲ ਆ ਜਾਏਗੀ। ਅਖੀਰਲਾ ਕੁਐਸਚਨ ਹੈ ਜੀ, ਕੀ ਸੁਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸ਼ੂਗਰ ਨੂੰ ਲੈ ਕੇ, ਬਿਮਾਰੀ ਨੂੰ ਲੈ ਕੇ ਜਿਹੜੇ ਬਹੁਤ ਸਾਰੇ ਸਵਾਲ ਵੀ ਨੇ, ਤੁਹਾਡੇ ਸਵਾਲ ਪੁੱਛੇ ਵੀ ਨੇ, ਤਾਂ ਹੋਰ ਲੋਕਾਂ ਦੇ ਸਵਾਲ ਵੀ ਹੁਣ ਕਮੈਂਟਾਂ ਦੇ ਵਿੱਚ ਵੀ ਪੁੱਛਣਗੇ ਉਸ ਨੂੰ ਲੈ ਕੇ ਨਾ, ਵੀ ਕਿਸ ਤਰੀਕੇ ਦੀਆਂ ਪ੍ਰੋਬਲਮਸ ਆ ਰਹੀਆਂ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੁਣ ਚੱਲ ਰਹੀ ਤੇ ਹੋਮਿਓਪੈਥੀ ਦਵਾਈਆਂ ਜਿਹੜੀਆਂ ਲੈ ਰਹੇ ਨੇ ਜਾਂ ਲੈਣੀਆਂ ਚਾਹੁੰਦੇ ਨੇ? ਸਭ ਤੋਂ ਪਹਿਲੇ ਤਾਂ ਮੈਂ ਲੋਕਾਂ ਨੂੰ ਇਹ ਕਹੂੰਗਾ ਕਿ ਅਵੇਅਰਨੈਸ ਬਹੁਤ ਜ਼ਰੂਰੀ ਹੈ, ਤੁਸੀਂ ਇਸ ਚੀਜ਼ ਨੂੰ ਇਗਨੋਰ ਨਾ ਕਰੋ। ਡਾਇਬਟੀਜ਼ ਇੱਕ ਬੜਾ ਇੱਕ ਸਲੋ ਪੋਇਜ਼ਨ ਹੈ, ਇਹ ਤੁਹਾਨੂੰ ਇੱਕੋ ਦਮ ਤਾਂ ਨਹੀਂ ਕੋਈ ਪ੍ਰੋਬਲਮ ਕ੍ਰੀਏਟ ਕਰੇਗਾ, ਬਟ ਇਹ ਤੁਹਾਡੀ ਆਈਜ਼ 'ਤੇ, ਤੁਹਾਡੀ ਕਿਡਨੀਜ਼ 'ਤੇ, ਤੁਹਾਡੇ ਲਿਵਰ 'ਤੇ ਮਲਟੀ ਆਰਗਨਸ ਮਤਲਬ ਬੋਡੀ ਦੇ ਜਿਹੜੇ ਜ਼ਰੂਰੀ ਅੰਗ ਹੈ ਉਹਨਾਂ 'ਤੇ ਸਲੋ ਕਰਕੇ ਉਹਨਾਂ ਨੂੰ ਡੈਮੇਜ ਕਰਨਾ ਸ਼ੁਰੂ ਕਰ ਦੇਗਾ। ਇੱਕ ਨੰਬਰ 'ਤੇ ਤਾਂ ਇਗਨੋਰੈਂਟ ਐਟੀਟਿਊਡ ਨੂੰ ਛੱਡੋ। ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਡਾਇਬਟਿਕ ਹੋ ਤਾਂ ਤੁਸੀਂ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਕੋਈ ਗੱਲ ਨਹੀਂ ਟੈਬਲੇਟ ਖਾ ਲਈ ਜਾਂ ਹੋਮਪੈਥਿਕ ਮੈਡੀਸਿਨ ਲੈ ਲਈ ਅਤੇ ਨਾਲ ਮਿੱਠਾ ਵੀ ਖਾਈਗੇ, ਇਹ ਦੋਨੋਂ ਚੀਜ਼ਾਂ ਨਾਲ ਨਹੀਂ ਚੱਲ ਸਕਦੀਆਂ। ਤੁਸੀਂ ਫਿਲਹਾਲ ਲਈ ਯੰਗ ਏਜ ਵਿੱਚ ਤਾਂ ਤੁਹਾਨੂੰ ਪ੍ਰੋਬਲਮ ਨਹੀਂ ਹੈ, ਬਟ ਜਿਵੇਂ ਜਿਵੇਂ ਤੁਹਾਡੀ ਏਜ ਵਧੇਗੀ ਤੁਹਾਨੂੰ ਪ੍ਰੋਬਲਮਸ ਆ ਸਕਦੀਆਂ, ਅਤੇ ਇਸ ਚੀਜ਼ ਨੂੰ ਤੁਸੀਂ ਆਪਣੇ ਐਟੀਟਿਊਡ ਨਾਲ ਠੀਕ ਕਰੋ। ਦੂਜੇ ਨੰਬਰ 'ਤੇ ਹੋਮਿਓਪੈਥਿਕ ਬਾਰੇ ਮੈਂ ਆਊਂਗਾ। ਹੋਮਿਓਪੈਥਿਕ 'ਤੇ ਸਭ ਤੋਂ ਪਲੱਸ ਪੁਆਇੰਟ ਮੈਂ ਅਗੇਨ ਉਹੀ ਕਹਿ ਰਿਹਾ ਕਿ ਇੱਕ ਨੰਬਰ 'ਤੇ ਤਾਂ ਕੋਈ ਸਾਈਡ ਇਫੈਕਟਸ ਨਹੀਂ ਹੈ, ਇਹ ਨੈਚੁਰਲੀ ਮੇਡ ਮੈਡੀਸਿਨਸ ਹੈ, ਚਾਹੇ ਉਹ ਪਲਾਂਟਸ ਤੋਂ ਬਣੀ ਹੈ, ਚਾਹੇ ਉਹ ਫਰੂਟਸ ਤੋਂ ਬਣੀ ਹੈ, ਚਾਹੇ ਉਹ ਕਿਸੇ ਵੀ ਚੀਜ਼ ਤੋਂ ਬਣੀ ਹੈ, ਕਿ ਉਹ ਬਾਡੀ ਦੀ ਅਡੈਪਟੇਬਿਲਿਟੀ 'ਤੇ ਬੇਸਡ ਹੈ, ਮਤਲਬ ਤੁਹਾਨੂੰ ਬੜੇ ਕੰਫਰਟੇਬਲੀ ਤੁਹਾਨੂੰ ਉਹ ਕਿਉਰ ਵੀ ਕਰੇਗੀ ਅਤੇ ਉਹਦੇ ਕੋਈ ਸਾਈਡ ਇਫੈਕਟਸ ਨਹੀਂ ਹੈ। ਦੂਸਰੇ ਨੰਬਰ 'ਤੇ ਮੈਂ ਕਹਿਣਾ ਚਾਹੂੰਗਾ ਕਿ ਆਪਣੀ ਲਾਈਫ ਸਟਾਈਲ ਨੂੰ ਚੇਂਜ ਕਰੋ। ਲਾਈਫ ਸਟਾਈਲ ਮੈਡੀਸਿਨ ਚਾਹੇ ਤੁਸੀਂ ਹੋਮਿਓਪੈਥਿਕ ਲਓ ਚਾਹੇ ਐਲੋਪੈਥਿਕ ਲਓ, ਬਟ ਜੇ ਤੁਹਾਡਾ ਲਾਈਫ ਸਟਾਈਲ ਪੂਅਰ ਹੈ, ਜੇ ਤੁਹਾਡੀ ਈਟਿੰਗ ਹੈਬਿਟਸ ਪੂਅਰ ਹੈ, ਜੇ ਤੁਹਾਡਾ ਰਹਿਣਾ ਖਾਣਾ ਪੀਣਾ ਗੰਦਾ ਹੈ, ਤਾਂ ਤੁਸੀਂ ਐਕਸਪੈਕਟ ਨਾ ਕਰੋ ਤੁਹਾਨੂੰ ਕੋਈ ਵੀ ਦਵਾਈ ਕੰਮ ਕਰੇਗੀ। ਮਤਲਬ ਐਕਸਰਸਾਈਜ਼ ਕਰਨੀ ਜ਼ਰੂਰੀ ਹੈ। ਸਭ ਤੋਂ ਮੁੱਕਦੀ ਗੱਲ ਇਹ ਹੈ ਕਿ ਇੱਕ ਨੰਬਰ 'ਤੇ ਤਾਂ ਆਪਣਾ ਲਾਈਫ ਸਟਾਈਲ ਠੀਕ ਕਰੋ। ਦੂਸਰੇ ਨੰਬਰ 'ਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਸਾਈਡ ਇਫੈਕਟਸ ਨਾ ਹੋਣ, ਬਹੁਤ ਸੇਫਲੀ ਤੁਸੀਂ ਠੀਕ ਹੋਣਾ, ਤਾਂ ਹੋਮਿਓਪੈਥਿਕ 'ਤੇ ਆ ਜਾਓ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਸੋ ਇਸ ਡਾਕਟਰ ਮਨੂ ਗੁਪਤਾ ਜੀ, ਅਸੀਂ ਹੋਮਿਓਪੈਥੀ ਦਵਾਈਆਂ ਦੇ ਬਾਰੇ ਵੀ ਗੱਲਬਾਤ ਕੀਤੀ, ਔਰ ਇਸ ਦੇ ਨਾਲ ਜਿਹੜੇ ਡਾਇਬਟੀਜ਼ ਦੇ ਸ਼ਿਕਾਰ ਹੋਏ ਲੋਕ ਨੇ, ਹੋਮਿਓਪੈਥੀ ਜੋ ਦਵਾਈ ਲੈਣਾ ਚਾਹੁੰਦੇ ਨੇ, ਜੋ ਸਵਾਲ ਸੀ ਕੋਈ ਸਵਾਲ ਅਸੀਂ ਕੀਤੇ ਨੇ। ਸੋ ਅਗਰ ਤੁਸੀਂ ਵੀ ਆਪਣਾ ਹੋਮਿਓਪੈਥੀ ਵੱਲ ਤੁਹਾਡਾ ਧਿਆਨ ਹੈਗਾ, ਤੁਸੀਂ ਵੀ ਹੋਮਿਓਪੈਥੀ ਦਵਾਈ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਹੋਮਿਓਪੈਥੀ ਦਵਾਈ ਲਓ, ਕਿਉਂਕਿ ਇਸ ਦੇ ਨਾਲ ਦੀ ਨਾਲ ਜੋ ਇਫੈਕਟਸ ਨੇ ਉਸ ਦੇ ਬਾਰੇ ਵੀ ਅਸੀਂ ਗੱਲਬਾਤ ਕੀਤੀ ਹੈ। ਔਰ ਉਮੀਦ ਕਰਦੇ ਹਾਂ ਕਿ ਇਸ ਦੇ ਜੋ ਅਸੀਂ ਸਵਾਲ ਕੀਤੇ ਨੇ ਤੁਹਾਨੂੰ ਉਹਨਾਂ ਦੇ ਜਵਾਬ ਜਿਹੜੇ ਜ਼ਰੂਰ ਮਿਲ ਚੁੱਕੇ ਹੋਣਗੇ ਜੋ ਤੁਹਾਡੇ ਸਵਾਲ ਸੀ, ਔਰ ਤੁਸੀਂ ਆਪਣੇ ਸਵਾਲ ਜਿਹੜੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਲੈ ਸਕਦੇ ਹੋ। ਸੋ ਵਧੇਰੀ ਅਪਡੇਟਸ ਜੁੜੇ ਰਹੋ ਦੈਟ ਟਾਈਮਸ ਨਾਲ। ਕੈਮਰਾਮੈਨ ਹੈਰੀ ਦੇ ਨਾਲ ਕੁਲਦੀਪ ਸਿੰਘ ਲੰਮੇ, ਲੁਧਿਆਣਾ।